ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਹੈ। ਰਾਤ ਦੇ ਪਹਿਰੇ ਤੇ ਖਲੋਣ ਵਾਲੇ ਸਿੱਖ ਜਦੋਂ ਨਾਲ ਕਹਿਲੂਰ ਰਿਆਸਤ ਵਿੱਚ ਪਹਾੜੀਆਂ ਤੋਂ ਆਵਾਜ਼ ਆਉਂਦੀ ਸੀ, ਉਹ ਡਰਾਮਾ ਦੇਖਣ ਚਲੇ ਗਏ। ਉਹਨਾਂ ਵਿੱਚੋਂ 4 ਸਿੱਖ ਜਿਹੜੇ ਉਹ ਡਰਾਮਾ ਵੇਖਣ ਨਹੀਂ ਗਏ। ਉਹ ਕਹਿੰਦੇ ਗੁਰੂ ਸਾਹਿਬ ਜਾਗ ਜਾਣਗੇ, ਜੇ ਪਹਿਰੇ ਉੱਤੇ ਕੁਤਾਹੀ ਹੋ ਗਈ, ਸਵੇਰੇ ਸਾਨੂੰ ਹਾਜ਼ਰ ਹੋਣਾ ਪਏਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਰਾਜ਼ ਹੋਣਗੇ। 4 ਸਿੱਖ ਪਹਿਰੇ ਉੱਤੇ ਹਾਜ਼ਰ ਰਹੇ ਔਰ ਬਾਕੀ 6-7 ਸਿੱਖ ਜਿਹੜੇ ਉਹ ਡਰਾਮਾ ਵੇਖਣ ਚਲੇ ਗਏ। ਜਿਹੜੇ ਰਾਤ ਡਰਾਮਾ ਵੇਖਣ ਗਏ ਉਹ ਸਰੀਰ ਕਰਕੇ ਡਰਾਮਾ ਵੇਖ ਰਹੇ ਸੀ, ਪਰ ਸੁਰਤ ਕਰਕੇ ਉਹਨਾਂ ਦਾ ਧਿਆਨ ਗੁਰੂ ਵੱਲ ਸੀ। ਕਿਤੇ ਮਹਾਰਾਜ ਜਾਗ ਨਾ ਜਾਣ, ਕਿਤੇ ਪਤਾ ਨਾ ਲੱਗ ਜਾਏ। ਜੇ ਪਤਾ ਲੱਗ ਗਿਆ ਫਿਰ ਕੀ ਹੋਏਗਾ। ਧਿਆਨ ਵਾਰ-ਵਾਰ ਗੁਰੂ ਦੇ ਪਹਿਰੇ ਵੱਲ ਆ ਰਿਹਾ ਸੀ ਔਰ ਜਿਹੜੇ ਬੰਦੇ ਪਹਿਰੇ ਤੇ ਹਾਜ਼ਰ ਸੀ ਉਹਨਾਂ ਦਾ ਧਿਆਨ ਡਰਾਮੇ ਵਿੱਚ ਸੀ। ਉਹ ਸੁਰਤ ਕਰਕੇ ਡਰਾਮੇ ਵਿੱਚ ਘੁੰਮ ਰਹੇ ਸੀ ਤੇ ਮਨ ਦੇ ਅੰਦਰ ਕਹਿ ਰਹੇ ਸੀ, ਕਹਿੰਦੇ ਪਤਾ ਤਾਂ ਲੱਗਿਆ ਨਹੀਂ, ਆਪਾਂ ਵੀ ਜਾਏ ਆਉਣਾ ਸੀ। ਕਿਸੇ ਨੇ ਆਪਾਂ ਨੂੰ ਪਹਿਰੇ ਤੇ ਗੈਰ ਹਾਜ਼ਰ ਤਾਂ ਵੇਖਿਆ ਹੀ ਨਹੀਂ, ਆਪਾਂ ਵੀ ਜਾ ਆਉਣਾ ਸੀ, ਆਪਾਂ ਵੀ ਡਰਾਮਾ ਵੇਖ ਲੈਣਾ ਸੀ। ਇੱਦਾਂ ਉਹ ਬੰਦੇ ਸੁਰਤ ਕਰਕੇ ਉੱਧਰ ਸੋਚਦੇ ਰਹੇ, ਦੂਜੇ ਸੁਰਤ ਕਰਕੇ ਹਾਜ਼ਰੀ ਵਿੱਚ ਸੋਚਦੇ ਰਹੇ। ਜਦੋਂ ਅਗਲੇ ਦਿਨ ਦਰਬਾਰ ਲੱਗਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਭਾਈ ਰਾਤ ਵਾਲੇ ਪਹਿਰੇਦਾਰ ਖੜੇ ਹੋਵੋ। ਭਾਈ ਜਿਹੜੇ ਰਾਤੀ ਪਹਿਰੇ ਤੇ ਸਿੱਖ ਸੀ ਉਹ ਖੜੇ ਹੋ ਜਾਓ। ਉਹ ਸਿੱਖ ਖਲੋ ਗਏ। ਹੁਣ ਜਿਹੜੇ ਬੰਦੇ 4 ਹਾਜ਼ਰ ਰਹੇ ਉਹ ਬੜੇ ਮਾਣ ਨਾਲ ਖੜੇ। ਉਹਨਾਂ ਦੀ ਛਾਤੀ ਸੀਨਾ ਤਣਿਆ ਹੋਇਆ, ਧੌਣ ਉੱਚੀ ਹੈ। ਉਹਨਾਂ ਨੂੰ ਮਨ ਚ ਆਇਆ ਵੇ ਲੱਗਦਾ ਪਤਾ ਲੱਗ ਗਿਆ, ਪਰ ਜਿਹੜੇ ਡਰਾਮਾ ਵੇਖਣ ਗਏ ਉਹੀ ਫਸਣਗੇ, ਆਪਾਂ ਤਾਂ ਹਾਜ਼ਰ ਰਹੇ ਆ। ਜਿਹੜੇ ਹਾਜ਼ਰ ਸਨ ਉਹ ਆਕੜ ਨਾਲ ਖੜ ਗਏ ਔਰ ਜਿਹੜੇ ਗੈਰ ਹਾਜ਼ਰ ਸਨ ਸਰੀਰ ਕਰਕੇ ਉਹਨਾਂ ਦਾ ਸਿਰ ਝੁਕਿਆ ਹੋਇਆ, ਅੱਖਾਂ ਝੁਕੀਆਂ ਹੋਈਆਂ ਨੇ, ਹੱਥ ਜੁੜੇ ਹੋਏ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਹਿੰਦੇ ਭਾਈ ਤੁਸੀਂ ਬਹਿ ਜਾਓ। ਜਿਹੜੇ 4 ਜਣੇ ਆਕੜ ਕੇ ਖੜੇ ਸੀ ਉਹਨਾਂ ਨੂੰ ਮਹਾਰਾਜ ਕਹਿੰਦੇ, ਭਾਈ ਤੁਸੀਂ ਹਾਜ਼ਰ ਨਹੀਂ ਸੀ ਰਾਤੀ। ਉਹ ਸਿੱਖ ਅੱਗੋਂ ਬੋਲੇ, ਕਹਿੰਦੇ ਮਹਾਰਾਜ ਤੁਹਾਨੂੰ ਕਿਸੇ ਨੇ ਗਲਤ ਖਬਰ ਦਿੱਤੀ ਹੈ। ਮਹਾਰਾਜ ਅਸੀਂ ਤਾਂ ਹਾਜ਼ਰ ਰਹੇ ਹਾਂ, ਆ ਜਿਹੜੇ ਬੰਦੇ ਤੁਸੀਂ ਬਿਠਾ ਦਿੱਤੇ ਨੇ ਇਹ ਰਾਤੀ ਡਰਾਮਾ ਵੇਖਣ ਗਏ ਸੀ ਕਹਿਲੂਰ ਰਿਆਸਤ ਵਿੱਚ। ਮਹਾਰਾਜ ਅਸੀਂ ਤਾਂ ਹਾਜ਼ਰ ਰਹੇ। 6ਵੇਂ ਪਾਤਸ਼ਾਹ ਨੇ ਕਿਹਾ, ਨਹੀਂ ਭਾਈ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਹੜੇ ਹਾਜ਼ਰ ਸਨ ਉਹ ਸੁਰਤ ਕਰਕੇ ਡਰਾਮਾ ਵੇਖਦੇ ਰਹੇ, ਜਿਹੜੇ ਗੈਰ ਹਾਜ਼ਰ ਸੀ ਉਹ ਸੁਰਤ ਕਰਕੇ ਹਾਜ਼ਰ ਰਹੇ। ਇਸ ਲਈ ਹਾਜ਼ਰੀ ਉਹਨਾਂ ਦੀ ਲੱਗੀ ਜਿਹੜੇ ਸੁਰਤ ਕਰਕੇ ਹਾਜ਼ਰ ਰਹੇ। ਜਦੋਂ ਤੁਸੀਂ ਸੁਲਤਾਨਪੁਰ ਲੋਧੀ ਜਾਓਗੇ ਨਾ, ਉੱਥੇ ਮਹਾਰਾਜ ਜੀਆਂ ਦਾ ਇੱਕ ਸਥਾਨ ਹੈ, ਗੁਰਦੁਆਰੇ ਦਾ ਨਾਮ ਹੈ ਅੰਤਰਜਾਮ ਦਾ। ਤੁਸੀਂ ਦਰਸ਼ਨ ਕਰਦੇ ਹੋ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ 3 ਦਿਨਾਂ ਬਾਅਦ ਸੁਲਤਾਨਪੁਰ ਵਈ ਨਦੀ ਚੋਂ ਪ੍ਰਗਟ ਹੋਏ ਤਾਂ ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਇਹ ਖਬਰ ਨਵਾਬ ਦੌਲਤ ਖਾਨ ਲੋਧੀ ਤੱਕ ਪਹੁੰਚ ਗਈ। ਉਹਨੇ ਕਾਜ਼ੀਆਂ ਦੇ ਕਹਿਣ ਉੱਤੇ ਤਲਬ ਕਰ ਲਿਆ ਮਹਾਰਾਜ ਨੂੰ। ਜਦੋਂ ਤਲਬ ਕੀਤਾ ਉਹ ਕਹਿੰਦਾ, ਮਹਾਰਾਜ ਤੁਸੀਂ ਆਪਣੇ ਆਪ ਨੂੰ ਕਹਿੰਦੇ ਨਾ ਹਮ ਹਿੰਦੂ, ਚਲੋ ਇਹ ਤਾਂ ਗੱਲ ਮੰਨੀ, ਤੁਸੀਂ ਖੱਤਰੀ ਹੋ, ਹਿੰਦੂ ਹੋ, ਪਰ ਪਾਤਸ਼ਾਹ ਤੁਸੀਂ ਕਹਿੰਦੇ ਕੋਈ ਮੁਸਲਮਾਨ ਵੀ ਨਹੀਂ ਹੈ। ਪਾਤਸ਼ਾਹ ਕਹਿੰਦੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਸਭ ਰੱਬ ਦੇ ਬੰਦੇ ਨੇ। ਨਵਾਬ ਦੌਲਤ ਖਾਨ ਲੋਧੀ ਬੋਲਿਆ, ਕਹਿੰਦਾ ਮਹਾਰਾਜ ਇਸ ਤਰ੍ਹਾਂ ਦਾ ਮੁਸਲਮਾਨਾਂ ਦੀ ਤੌਹੀਨ ਹੈ। ਕੋਲ ਖਲੋਤਾ ਕਾਜੀ ਬੋਲਿਆ, ਕਹਿੰਦਾ ਜੀ ਫਿਰ ਇਹਦਾ ਮਤਲਬ ਤੁਸੀਂ ਹਿੰਦੂ ਮੁਸਲਮਾਨ ਨਹੀਂ, ਤੁਹਾਡੀ ਨਜ਼ਰ 'ਚ ਬਰਾਬਰ ਹੈ। ਕਹਿੰਦੇ ਬਿਲਕੁਲ ਬਰਾਬਰ। ਕਹਿੰਦੇ ਫਿਰ ਸਾਡੇ ਨਾਲ ਨਮਾਜ਼ ਪੜ੍ਹੋ, ਜੁਮੇ ਵਾਲੇ ਦਿਨ ਸਾਡੇ ਨਾਲ ਮਸਜਿਦ ਵਿੱਚ ਜਾਓਗੇ, ਜੇ ਤੁਹਾਡੇ ਲਈ ਹਿੰਦੂ ਮੁਸਲਮਾਨ ਬਰਾਬਰ ਨੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੰਨ ਗਏ। ਇਤਿਹਾਸ ਕਹਿੰਦਾ ਜਦੋਂ ਨਮਾਜ਼ ਪੜ੍ਹਨ ਲੱਗੇ, ਪਾਤਸ਼ਾਹ ਨੇ ਕਿਸੇ ਦੇ ਨਾਲ ਨਮਾਜ਼ ਅਦਾ ਨਾ ਕੀਤੀ ਤਾਂ ਜਦੋਂ ਨਮਾਜ਼ ਪੂਰੀ ਹੋ ਗਈ, ਗੁੱਸੇ ਵਿੱਚ ਕਾਜੀ ਬੋਲਿਆ, ਕਹਿੰਦਾ ਤੁਸੀਂ ਨਮਾਜ਼ ਦੀ ਤੌਹੀਨ ਕੀਤੀ ਹੈ। ਹੇ ਗੁਰੂ ਨਾਨਕ ਦੇ ਮਹਾਰਾਜ, ਤੁਸੀਂ ਵਾਅਦਾ ਕੀਤਾ ਸੀ ਨਮਾਜ਼ ਪੜਾਂਗੇ, ਪਰ ਨਮਾਜ਼ ਪੜ੍ਹੀ ਕਿਉਂ ਨਹੀਂ? ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਵਾਅਦਾ ਇਸ ਲਈ ਕੀਤਾ ਸੀ, ਨਮਾਜ਼ ਅਸੀਂ ਪੜਾਂਗੇ ਜੇ ਤੁਸੀਂ ਨਮਾਜ਼ ਪੜੋਗੇ, ਪਰ ਤੁਸੀਂ ਨਮਾਜ਼ ਪੜ੍ਹੀ ਨਹੀਂ। ਉਹ ਕਹਿੰਦਾ ਜੀ ਸੈਂਕੜੇ ਲੋਕਾਂ ਨੇ ਵੇਖਿਆ, ਅਸੀਂ ਕਿਉਂ ਨਹੀਂ ਨਮਾਜ਼ ਪੜ੍ਹੀ?
नवाब दौलत खान लोधी कहना महाराज ये तो तुसीं गलत कह रहे हो, असीं नमाज पढ़ी है, सब ने वेख्या है, 5 बार झुक के सजदा किया है, कलमा पढ़िया है, फजर की नमाज पूरी हुई है, तुसीं ऐ किवें कहंदे हो नमाज नहीं पढ़ी। पातशाह कहंदे नवाब दौलत खान लोधी नमाज कित्थों पढ़ी है, अपने काजी नूं पुछ, काजी साहब तुसीं नमाज पढ़ी है? वो कहना जी नमाज पढ़ी है। पातशाह कहंदे सिर्फ मूँह हिल रहा सी, कलमा पढ़ रहा सी, शरीर करके सिर झुक रहा सी, पर सुरत करके तेरा ध्यान घर विच बन्नी बशेरी वैसी, खबरिया बशेरी नूं रस्सा पाया, खबरिया नहीं पाया, किते खूह विच ही ना डिग जाए। कहंदे सारी नमाज विच तूं बशेरी बनदा रह गया, नमाज तां अदा ही नहीं कीती खुदा दी। नवाब दौलत खान लोधी जदों आह गल सुनी, काजी साहब कहंदे फिर नवाब साहब ना पढ़ लैंदे। हजूर मुस्कुरा के बोले, कहंदे नवाब साहब भी कित्थे हाजिर सी, ये भी सिर झुका के कलमा पढ़ रहे सी, पर असल विच नवाब दौलत खान लोधी साहब तुसीं भी तां ओ जगह उत्ते कित्थे घोड़े खरीद रहे सी, रक्की घोड़ा मिल जाए, बलैती घोड़ा मिल जाए। कहंदे काबल कन्हार दियां मंडियां 'च घुमदे रहे, जिन्नी चिर नमाज चलती रही तुसीं काबल कन्हार दियां मंडियां 'च घोड़े पसंद करते रहे, नमाज पढ़ नहीं सके। नवाब दौलत खान लोधी के हथ जुड़ गए। उस तो बाद तीजे किसी बंदे ने यह नहीं कहा महाराज मेरे नाल नमाज पढ़ लेनी सी, क्योंकि मन की गल सब के मन के अंदर चल रही सी, पता नहीं किहड़े किहड़े भैड़े विचार चलते ने। किसी बंदे ने नहीं कहा मेरे नाल नमाज पढ़ लेंदे। उत्थे पता लगा गुरु नानक दे महाराज अंतरजामी ने सब झुक गए, पातशाह असी मन करके किते होर ते शरीर करके थे। पातशाह ने वचन कहे भाई जिहड़ी सुरत करके नमाज पढ़ी जाए वो खुदा दे घर परवान है, शरीर करके नहीं कला, शरीर करके झुकण नाल रब नहीं मिलता। तुसीं कहंदे हो 5 बार झुक के सजदा कीता, इदां तां गुरु नानक साहब महाराज कहंदे शिकारी तुहाडे नालों वध वक्त झुक के रहिंदा है, ਉਹਦਾ सिर भी झुकिया हुंदा है, कमर भी झुकी हुंदी है, घंटियां बद्धी सिर झुका के शिकारी बैठा रहिंदा है, पर ਉਹਦੀ नीयत विच खोट है। जे कल्ला झुकण नाल रब मिलदा होवे फिर मत्था टेकिया सिर झुकाया तां ਉਹ शिकारी ਨੂੰ ਪਹਿਲਾਂ मिल जाना चाहिए। जदों पातशाह ने मसीत के सामने शब्द कहा, काजी ते नवाब दौलत खान लोधी पातशाह के पैरीं पै गए। हजूर ने उच्ची आवाज़ च शब्द इत्थों शुरू होया। साहब कहंदे श्लोक महला पहला, सिमल रुख सराए रात दीरग अत मुच, ओए जे आवे आस कर जाए निरासे कित, फल फिके फुल बक बके कम ना आवे पत, मिठत नीवी नानका गुण चंगियाइयां तत। इस तो बाद फिर शब्द शुरू होया, सब को निवै आप को पर को निवै न कोए, तर राजू तोलिए निवै सो गौरा होए। जे निवण नाल ही रब मिलदा होवे फिर अपराधी दूना निवै, जो हंता मिर्गाए सीस नवाए क्या थी जा हृदय कसुदे जाए। सिर झुकाण नाल की रब मिलना है? जे सिर झुकाया रब मिलता होवे फिर तो शिकारी नूं मिलना चाहिए। इसलिए शरीर दे नाल नाल सुरत दा हाजिर होना जरूरी है। साध संगत समागम कोई भी होवे आपां उहदा नाम रखी दा गुरमत समागम। इत्थे गुरु की मत सीखण वास्ते आए हैं। अपनी मत नाल कीती सेवा सिमरन पुन दान सब कुछ व्यर्थ जा सकता है, गुरु की मत नाल कीता होया सिमरन प्रवान है। अपनी मत नाल कीता होया दान बंदा खाली रह सकता है, गुरु की मत नाल कीता होया दान दरगाह विच फलीभूत हुंदा है। अपनी मत नाल कीती हुई सेवा स्वार्थ हो सकता है, गुरु की मत नाल कीती हुई सेवा जन्म सफल कर दिंदी है। इसलिए साध संगत पहला गुरु कोलों सेवा करन दी मत सीखनी है। पातशाह सानू सेवा करन दी मत बख्शिश करो। जिन्नी देर मत गुरु की नहीं अपने कीते हुए कर्म हंकार पैदा करते हैं। इसलिए पातशाह कहते गुरु कोलों सिख अकली साहिब सेवी है,
अकली पाइए मान, अकली पढ़ के बुझीए, अकली कीचे दान। गुरु कोलों अकल सिख दान किवें करीदा, गुरु कोलों मत सिख नाम किवें जपीदा, गुरु कोलों मत सिख सेवा किवें करीदी है। हुण सवाल पैदा हुंदा भी आपां जिहड़ी सेवा कर रहे हो, जिहड़ा आपां वाहिगुरू कह रहे हैं, जिहड़ा आपां पुन्न दान कर रहे हैं, फिर उहदे विच कोई डिफैक्ट है? पातशाह कहते भाई ये तेरी मत नाल हो रहा है, तेरी मत नाल कीते कर्म विच लोभ स्वार्थ ईर्खा हंकार हो सकता है, पर गुरु की मत नाल कीते कर्म विच अहंकार नहीं, ईर्खा नहीं, स्वार्थ नहीं। गुरु के मत नाल कीती सेवा निरस्वार्थ है। मैं कई बार ये बेनती लाइव तो भी कई बंदे कैंप लाउंदे रहे, सालां बद्धी समागम कराउंदे रहे, होले महल्ले ते लंगर लाउंदे रहे, थोड़े सालों बाद हट गए। जदों वो बंदे हट गए, मैं उन्होंने बंदियां नूं पुछया भाई तुसीं कैंप लाउणों क्यों हट गए? भाई हुण तुसीं लंगर लाउणे बंद करते, हुण तुसीं समागम कराउणा बंद क्यों करता? उन्हों का जवाब पता की सी? कहते भाई साहब छड्डो, लोकी कदरे नहीं करते। भाई साहब छड्डो, कैंप लाउणे तां बंद कीते ने, लोकी कदरे नहीं करते। भाई साहब रहण दिओ, लंगर लाउणा तां बंद कीता, लोकी कदर नहीं करते। ਇਹਦਾ मतलब लोग कदर करन तां सेवा करनी है, जे लोकी कदर ना करन फिर सेवा नहीं करनी। ये अपनी मत है। जदों मत गुरु दी लैके चलोगे, फिर दुनिया भावें ईर्खा करे, दुनिया भावें तुहाडी निंदिया भी करे, सेवा करनी बंद नहीं करोगे। लोकी जो मर्जी कहण, फिर सेवक अपना राह नहीं छड्डदा। क्यों? ये गुरु दी मत है। फिर वो गुरु की मत उत्ते चलण वाला कहंदा भावें बुरा कहो भावें भला कहो, हम तन दियो है ढार। भाई भावें बुरा कही जाओ, मैं सेवा करनी नहीं छड्डनी। क्यों? ये गुरु की मत है। जिन्हें गुरु की मत ग्रहण की, वो सेवा करनी कदे नहीं छड्डदा। उन्होंने पातशाह ने कहा रब दा जन जिहड़ा अपना राह नहीं त्यागदा, लखां लोकी ओदी निंदिया भी करन, वो कदे अपना राह नहीं छड्डदा। हर जन राम नाम गुण गावे। एक बेनती है, जिन्होंने बाणी याद है नाल पढ़ो। भैनों तुहानूं भी बेनती है, गल्लां ना करो, नाल सुरत जोड़ के बाणी पढ़ो। पढ़ो हर जन राम नाम गुण गावे, जे कोई निंद करे हर जन की, अपना गुण न गवावे। पढ़ो हर जन राम नाम गुण गावे, जे कोई निंद करे हर जन की, अपना गुण न गवावे। जिहड़ी गुरु की मत है, उत्थे कोई निंदिया भी करे, तुसी सेवा करनी नहीं छड्डोगे। अपनी मत नाल वाहिगुरू कहे, हंकार हो सकता है। अपनी मत नाल सिमरन कीता, हंकार हो सकता है। अपनी मत नाल तुसी अमृत वेले उठे हो, हंकार हो सकता है। जिदन गुरु की मत लैके चलांगे, उदन हंकार नहीं। गुरु की मत यह है, सिखा तू जप तप सेवा सिमरन सब कुछ करना है, पर तू कहंदे रहना है कि जप तप संजम धर्म ना कमाया। पढ़ो जप तप संजम सेवा साध न जान्या हर राया। कहो नानक हम नीच कर्मा, शरण परे की राखो शर्मा। गुरु की मत यह है, तेरा जति सती आचरण उच्चा होना चाहिए, पर मान नहीं होना चाहिए। मैनू माफ करियो, अपनी मत नाल आपां आचरण उच्चा रखे है ना, हंकार हो जाता है। बई मेरा आचरण बहुत उच्चा है, कोई मेरे वाल उंगल करके विखावे, कोई मेरे ते उंगल चुक के विखावे, ये मान हंकार हो सकता है। पर याद रखियो, वड्डे वड्डे हंकारी बंदे जिहड़े बहुत लतीफ बुद्धि के मालक सी, जिदन रब ने अपना हथ सिर तो चुक लिया, उन्हां तो वड्डियां वड्डियां भुल्लां हो गई। वड्डे वड्डे अकलमंद बंदे वड्डियां वड्डियां भुल्लां कर गए,
ਵੱਡੇ ਵੱਡੇ ਗਿਆਨਵਾਨ ਬੰਦੇ ਬਹੁਤ ਵੱਡੇ ਵੱਡੀਆਂ ਭੁੱਲਾਂ ਕਰ ਗਏ। ਸਾਧ ਸੰਗਤ, ਇਸ ਲਈ ਗੁਰੂ ਦਾ ਸਿੱਖ ਜਿਹੜਾ ਉਹ ਜਦੋਂ ਗੁਰੂ ਦੀ ਮੱਤ ਲੈ ਕੇ ਚੱਲਦਾ ਆਪਣੇ ਉੱਚੇ ਆਚਰਣ ਦਾ ਮਾਣ ਨਹੀਂ ਕਰਦਾ ਕਦੇ ਕਿ ਮੈਂ ਤਾਂ ਆਚਰਣ ਬਹੁਤ ਉੱਚਾ, ਮੇਰੇ ਤੇ ਕੋਈ ਉਂਗਲ ਚੁੱਕ ਕੇ ਵਿਖਾਵੇ। ਗੁਰੂ ਦੀ ਮੱਤ ਇਹ ਹੈ, ਆਚਰਣ ਉੱਚਾ ਹੁੰਦਾ, ਜਤੀ ਸਤੀ ਹੁੰਦਾ, ਪਾਠ ਵੀ ਪੜਦਾ, ਨਾਮ ਵੀ ਜਪਦਾ, ਪਰ ਗੁਰੂ ਦੀ ਮੱਤ ਇਹ ਹੈ, ਸਿੱਖਾ ਤੂੰ ਸਦਾ ਕਹਿੰਦੇ ਰਹਿਣਾ ਗੁਰੂ ਅੱਗੇ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਪੜੋ ਇੱਕ ਵਾਰ, ਜਪ ਤਪ ਸੰਜਮ ਸੇਵਾ ਸਾਧ ਨ ਜਾਣਿਆ ਹਰ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ। ਨਿਤ ਅਰਦਾਸ ਕਰਨੀ, ਨਾ ਹੋ ਜਤੀ ਸਤੀ ਨਹੀਂ ਪੜਿਆ। ਮਹਾਰਾਜ ਅਸੀਂ ਕੋਈ ਜਤੀ ਸਤੀ ਨਹੀਂ, ਇਹ ਤਾਂ ਤੁਹਾਡਾ ਹੱਥ ਹੈ ਸਿਰ ਤੇ ਤਾਂ ਆ। ਜੇ ਤੁਸੀਂ ਹੱਥ ਨਾ ਰੱਖੋ ਬੰਦੇ ਦੀ ਕਾਹਦੀ ਪਾਏ। ਮਨ ਦਾ ਕੀ ਵਿਸ਼ਵਾਸ ਹੈ, ਨਾ ਡੋਲੇ ਲੱਖਾਂ ਤੇ ਨਾ ਡੋਲੇ, ਡੋਲਣ ਤੇ ਆ ਜਾਏ ਕੱਖਾਂ ਤੇ ਡੋਲ ਜਾਂਦਾ। ਇਹ ਮਨ ਦਾ ਕੋਈ ਵਿਸ਼ਵਾਸ ਨਹੀਂ। ਇਸ ਲਈ ਗੁਰੂ ਦੀ ਮੱਤ ਇਹ ਹੈ, ਸਿੱਖ ਫਿਰ ਅਰਦਾਸ ਕਰਦੇ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਕਤਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ। ਫਿਰ ਉਹਦੀ ਅਰਦਾਸ ਇਹ ਰਹਿੰਦੀ ਹੈ, ਦਾਤਾ ਮੈਂ ਕੋਈ ਆਚਰਣ ਕਰਕੇ ਉੱਚਾ ਨਹੀਂ, ਇਹ ਤਾਂ ਤੇਰੀ ਕਿਰਪਾ ਕਰਕੇ। ਇੱਥੇ ਲੁਧਿਆਣੇ ਦੇ ਕੋਲ 7.5 ਕਰੋੜ ਦੀ ਜਾਇਦਾਦ ਹੈ। ਹੁਣ ਸਾਧ ਸੰਗਤ ਤੋਂ ਅਰਬਾਂ ਚ ਉਹਦੀ ਬਦਲ ਗਈ, ਅਰਬਾਂ ਚ 7.5 ਕਰੋੜ ਦੀ ਖਰੀਦੀ ਹੋਈ ਜਾਇਦਾਦ ਅਰਬਾਂ ਵਿੱਚ ਚਲੀ ਗਈ ਹੈ। ਜਿਹਨੂੰ ਲੋਕ 1.5 ਲੱਖ ਲੋਕ ਮੱਥਾ ਟੇਕਦੇ ਸੀ, ਗੁਰੂ ਜੀ ਕਹਿੰਦੇ ਸੀ, ਬਾਬਾ ਜੀ ਕਹਿੰਦੇ ਸੀ, ਸੰਤ ਜੀ ਕਹਿੰਦੇ ਸੀ, ਮਾਫ ਕਰਿਓ ਜਿਉਂਦਿਆਂ ਦੀ ਪੱਤ ਰੁਲ ਗਈ ਹੈ, ਬੁਢੇਪਾ ਜੇਲ੍ਹ ਵਿੱਚ ਕੱਟਿਆ ਜਾ ਰਿਹਾ ਹੈ। ਜਿਹਨੂੰ ਲੋਕ ਫੁੱਲਾਂ ਦੀ ਵਰਖਾ ਕਰਕੇ ਮੈਂ ਲਿਆਉਂਦੇ ਵੇਖੇ ਨੇ, ਜਿਹਨੂੰ ਸਾਧ ਸੰਗਤ ਸਪੈਸ਼ਲ ਜਹਾਜ਼ ਜਿਹੜਾ ਹੈ ਉਹਦਾ ਸਪੈਸ਼ਲ ਆਪਣਾ ਹੈਲੀਕਾਪਟਰ ਚੈਪਟਰ ਜਹਾਜ਼ ਦੇ ਅੰਦਰ ਸਾਹਨੇ ਨਾਲ ਉਤਰਦਾ, ਹਜ਼ਾਰਾਂ ਲੋਕ ਲੁਧਿਆਣੇ ਤੋਂ ਲੈਣ ਜਾਂਦੇ ਨੇ, ਦੰਡੀ ਸੁਆਮੀ ਤੱਕ ਫੁੱਲਾਂ ਰਸਤੇ ਵਿੱਚ ਫੁੱਲ ਬਖੇਰ ਕੇ ਉਹਨੂੰ ਲੈ ਕੇ ਗਏ ਹੋਣ। ਇੰਨੀ ਪ੍ਰਭਤਾ, ਇੰਨੀ ਵਡਿਆਈ ਅੱਜ ਬੰਦਾ ਬੁਢੇਪਾ ਜੇਲ੍ਹ ਵਿੱਚ ਕੱਟ ਰਿਹਾ ਹੈ ਔਰ ਆਚਰਣ ਮਲੀਨ ਹੈ। ਇਸ ਲਈ ਇੱਥੇ ਬੰਦਾ ਦਾਵਾ ਨਹੀਂ ਕਰ ਸਕਦਾ ਮੇਰਾ ਆਚਰਣ ਬਹੁਤ ਉੱਚਾ ਹੈ। ਗੁਰੂ ਦੀ ਸਿੱਖੀ, ਗੁਰੂ ਦੀ ਮੱਤ ਇਹ ਹੈ, ਸਿੱਖਾ ਤੂੰ ਝੁੱਕ ਕੇ ਰਹੀ, ਸਦਾ ਗੁਰੂ ਅੱਗੇ ਅਰਦਾਸ ਕਰਦਾ ਰਹੀਂ, ਦਾਤਾ ਇਹ ਮੇਰੀ ਅਕਲ ਨਹੀਂ, ਇਹ ਤੇਰੀ ਕਿਰਪਾ ਹੈ। ਸਾਡੀ ਮੱਤ ਵਿੱਚ ਤਾਂ ਕਦੇ ਵੀ ਹੰਕਾਰ ਆ ਸਕਦਾ ਹੈ, ਤਾਈਓ ਸਿੱਖ ਗੁਰੂ ਕੋਲੋਂ ਮੰਗਦਾ, ਗੁਰਾ ਹੇ ਸਤਿਗੁਰੂ ਇੱਕ ਦੇ ਬੁਝਾਈ, ਮੈਨੂੰ ਅਕਲ ਦਿਓ। ਬੁਝਾਈ ਦਾ ਅਰਥ ਅਕਲ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ। ਮੈਂ ਸੰਗਤ ਨੂੰ ਕਈ ਵਾਰ ਵਿੱਚ ਬੇਨਤੀ ਕਰਕੇ ਪੁੱਛਦਾ ਹੁੰਦਾ, ਤੁਹਾਡਾ ਰੁਤਬਾ ਬਹੁਤ ਉੱਚਾ ਹੈ ਸਾਧ ਸੰਗਤ, ਪਰ ਫਿਰ ਵੀ ਜਿੰਨੇ ਜਣੇ ਤੁਸੀਂ ਬੈਠੇ ਹੋ ਸੁਚੇਤ ਹੋ ਕੇ ਸੁਣਿਓ। ਜੇ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ, ਹੁਣ ਦਿਲ ਤੇ ਹੱਥ ਰੱਖ ਕੇ ਇਮਾਨਦਾਰੀ ਨਾਲ ਸੋਚਿਓ ਤੁਸੀਂ ਮੰਗਿਆ ਕੀ ਹੈ। ਸਭ ਨੇ ਮੱਥਾ ਟੇਕਿਆ, ਕੀ ਮੰਗਿਆ ਮੱਥਾ ਟੇਕਣ ਲੱਗਿਆ? ਇਹ ਮੰਗਿਆ ਹੋਣਾ ਬਸ ਮਹਾਰਾਜ ਕਿਰਪਾ ਕਰਿਓ ਜੀ, ਤੰਦਰੁਸਤੀ ਦਿਓ, ਘਰ ਵਿੱਚ ਸੁੱਖ ਬਖਸ਼ਿਓ, ਇੰਨਾ ਹੀ ਮੰਗਿਆ। ਰਟੇ ਹੋਏ ਸ਼ਬਦ ਨੇ। ਪਾਤਸ਼ਾਹ ਨੇ ਕਿਹਾ ਜਦੋਂ ਤੂੰ ਗੁਰੂ ਕੋਲ ਆਉਣਾ, ਗੁਰੂ ਦੇ ਕੋਲੋਂ ਮੱਤ ਮੰਗਣੀ ਹੈ। ਆਹ ਸਮਾਗਮ ਤਾਈਓ ਗੁਰਮਤਿ ਸਮਾਗਮ ਹੈ, ਇੱਥੋਂ ਗੁਰੂ ਦੀ ਮੱਤ ਸਿੱਖ ਕੇ ਜਾਣੀ ਹੈ। ਸਿੱਖਾ ਗੁਰੂ ਕੋਲੋਂ ਗੁਰੂ ਦੀ ਮੱਤ ਮੰਗ, ਤੇਰੀ ਮੱਤ ਨਾਲ ਕੀਤੇ ਕਰਮ ਪ੍ਰਵਾਨ ਨਹੀਂ, ਗੁਰੂ ਦੀ ਮੱਤ ਗੁਰੂ ਕੋਲੋਂ ਸਿੱਖ। ਮੈਂ ਇੱਕ ਮਹਾਂਪੁਰਸ਼ਾਂ ਦੇ ਕੋਲ, ਬੜੇ ਪਿਆਰ ਵਾਲੇ, ਮੈਨੂੰ ਕਹਿੰਦੇ ਗਿਆਨੀ ਜੀ ਜਪਜੀ ਸਾਹਿਬ ਕਿੰਨੇ ਕੁ ਚਿਰ 'ਚ ਪੜ੍ਹ ਲੈਂਦੇ ਹੋ? ਮੈਂ ਬੜੇ ਮਾਣ ਨਾਲ ਕਿਹਾ ਜੀ 10 ਤੋਂ 12 ਮਿੰਟਾਂ ਵਿੱਚ ਜਪਜੀ ਸਾਹਿਬ ਕਰ ਲਈਦਾ। ਮੈਨੂੰ ਲੱਗਾ ਮੈਨੂੰ ਸ਼ਾਬਾਸ਼ ਦੇਣਗੇ। ਕਹਿੰਦੇ ਗਿਆਨੀ ਜੀ ਕਿੰਨੇ ਕੁ ਮਿੰਟਾਂ ਜਪਜੀ ਸਾਹਿਬ ਪੜ੍ਹ ਲੈਂਦੇ ਹੋ? ਮੈਂ ਕਿਹਾ ਜੀ 10 ਤੋਂ 12 ਕੁ ਮਿੰਟਾਂ ਵਿੱਚ ਜਪਜੀ ਸਾਹਿਬ ਕਰ ਲਈਦਾ। ਅੱਗੋਂ ਉਹ ਬਹੁਤ ਗੰਭੀਰ ਹੋ ਗਏ, ਉਦਾਸ ਜਿਹੇ ਹੋ ਗਏ, ਫਿਰ ਬੜੇ ਸਹਿਜ ਵਿੱਚ ਬੋਲੇ, ਕਹਿੰਦੇ ਅੱਛਾ 10-12 ਮਿੰਟਾਂ ਵਿੱਚ ਜਪਜੀ ਸਾਹਿਬ ਪੜ੍ਹ ਲੈਂਦੇ ਆ? ਕਹਿੰਦੇ ਸਾਨੂੰ ਤਾਂ ਕਈ ਵਾਰ 50 ਮਿੰਟ ਵੀ ਲੱਗ ਜਾਂਦੇ ਆ।
ਗਿਆਨੀ ਜੀ ਜਪਜੀ ਸਾਹਿਬ ਪੜ੍ਹਨ ਨੂੰ ਸਾਨੂੰ ਤਾਂ ਕਈ ਵਾਰ 50 ਮਿੰਟ ਵੀ ਲੱਗ ਜਾਂਦੇ ਨੇ। ਮੇਰੇ ਮਨ 'ਚ ਆਇਆ ਵੀ ਹੌਲੀ ਪੜ੍ਹਦੇ ਹੋਣਗੇ, ਪਰ ਜਿਹੜੀ ਗੱਲ ਉਹਨਾਂ ਨੇ ਅਗਲੀ ਕਹੀ ਉਹ ਤਾਂ ਦਿਲ ਤੇ ਟੱਕ ਪਾਉਣ ਵਾਲੀ ਸੀ। ਉਹਨੇ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਉਹ ਮਹਾਂਪੁਰਸ਼ ਪਿਆਰ ਵਿੱਚ ਫਿਰ ਬੋਲੇ, ਕਹਿੰਦੇ ਗਿਆਨੀ ਜੀ ਸਾਨੂੰ ਤਾਂ 50 ਮਿੰਟ ਵੀ ਜਪਜੀ ਸਾਹਿਬ ਪੜ੍ਹਨ ਨੂੰ ਲੱਗ ਜਾਂਦੇ ਆ, ਤੁਸੀਂ 10-12 ਮਿੰਟ ਵਿੱਚ ਹੀ ਪੜ੍ਹ ਲੈਂਦੇ ਹੋ। ਕੱਲੇ ਪੜ੍ਹਦੇ ਹੀ ਹੋ, ਗੱਲਾਂ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਨਾਲ। ਫਿਰ ਕੀ ਜਵਾਬ ਸੀ? ਕੱਲੇ ਪੜ੍ਹਦੇ ਹੀ ਹੋ ਬਸ, ਕਦੇ ਗੱਲ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੱਲਾਂ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਨਾਲ। ਮੈਂ ਫਿਰ ਇੱਕਦਮ ਚੁੱਕਿਆ, ਹੱਥ ਜੋੜ ਕੇ ਪੁੱਛਿਆ, ਜੀ ਗੱਲਾਂ ਕਿਵੇਂ ਕਰੀ ਦੀਆਂ? ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਧੀ ਰੱਬ ਦੇ ਨਾਲ ਗੱਲਾਂ ਕਰਾਉਂਦੀ ਹੈ, ਕਦੇ ਗੱਲਾਂ ਨਹੀਂ ਕੀਤੀਆਂ। ਇਹ ਗੱਲਾਂ ਹੀ ਤੇ ਹਨ, ਸਿੱਧਾ ਗੁਰੂ ਨੂੰ ਕਹਿਣਾ, ਹੇ ਸਤਿਗੁਰੂ ਮੈਨੂੰ ਅਕਲ ਦਿਓ, ਮੈਨੂੰ ਤੁਹਾਡਾ ਨਾਮ ਨਾ ਵਿਸਰੇ। ਰੱਬ ਨਾਲ ਗੱਲ ਐ ਕਰਿਆ ਕਰੋ। ਦੁਹਰਾ ਕੇ ਗੁਰੂ ਨੇ 2 ਪੌੜੀਆਂ ਨਾਲ ਲਿਖਿਆ, ਪੜ੍ਹਦਿਆਂ ਪੜ੍ਹਦਿਆਂ ਗੱਲ ਕਰਕੇ ਕਹਿਣਾ, ਹੇ ਸਤਿਗੁਰੂ ਮੈਨੂੰ ਇੱਕ ਅਕਲ ਦਿਓ, ਮੈਨੂੰ ਤੁਹਾਡਾ ਨਾਮ ਨਾ ਭੁੱਲੇ। ਆ ਪੜੋ, ਗੁਰਾ ਇੱਕ ਦੇ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਪਜੀ ਸਾਹਿਬ ਪੜ੍ਹਦੇ ਆ 2 ਵਾਰ, 4 ਵਾਰ ਫਿਰ ਆਉਣਾ। ਗੱਲ ਨਹੀਂ ਰੱਬ ਨਾਲ ਤੇ ਹੋਰ ਕੀ ਹੈ? ਜਦੋਂ ਰੱਬ ਨੂੰ ਇੰਨੇ ਪਿਆਰ ਨਾਲ ਕਹਿਣਾ, ਆਦੇਸ਼, ਆਦੇਸ਼ ਦਾ ਅਰਥ ਨਮਸਕਾਰ। ਕਿਹਨੂੰ ਨਮਸਕਾਰ ਭਾਈ? ਆਦੇਸ਼ ਤਿਸੈ ਆਦੇਸ਼, ਆਦ ਨੀਲ ਨਾਦ ਨਾਤ, ਜੁਗ ਜੁਗ ਇੱਕੋ ਵੇਸ। ਹਰ ਪੌੜੀ ਦੇ ਨਾਲ ਫਿਰ ਆਉਣਾ, ਆਦੇਸ਼ ਤਿਸੈ ਆਦੇਸ਼, ਆਦ ਨੀਲ ਨਾਦ ਨਾਤ, ਜੁਗ ਜੁਗ ਇੱਕੋ ਵੇਸ। ਆਓ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਗੱਲ ਕਰੀਏ, ਮੰਗੀਏ, ਪਾਤਸ਼ਾਹ ਸਾਨੂੰ ਅਕਲ ਦਿਓ। ਜਿੰਨੇ ਆਪਾਂ ਬੈਠੇ ਹਾਂ ਮੰਗੀਏ, ਪਾਤਸ਼ਾਹ ਸਾਨੂੰ ਮੱਤ ਦਿਓ। ਸਾਰੇ ਚਿੱਤ ਜੋੜ ਕੇ ਕਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੱਥ ਜੋੜ ਕੇ ਮੰਗ ਕਰੀਏ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ, ਗੁਰਾ ਇੱਕ, ਗੱਜ ਕੇ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ। ਲੈ ਇੰਨੇ ਕੁ ਆਪਾਂ ਸੁਚੇਤ ਤਾਂ ਕਿੰਨੀ ਕੁ ਆਵਾਜ਼ ਆ ਰਹੀ ਹੈ, ਕਿਉਂਕਿ ਸੁਰਤ ਕਿਤੇ ਹੋਰ ਹੈ, ਸਰੀਰ ਕਿਤੇ ਹੋਰ ਹੈ। ਕਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭ ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ, ਸੋ ਮੈਂ ਵਿਸਰ। ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ 부ਝਾਈ, ਗੁਰਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ, ਸਭਨਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ,
सो मैं आखो सतनाम श्री। आपां गुरु कोलों मत मंगनी है। परसों श्री गुरु अंगद देव महाराज जियां दा प्रकाश पुरब मनाया है और साध संगत ये बेनती मैं लाइव तो भी कई दरबार साहब तो, जे अपनी मत नाल चलांगे ना बहुत पिछे रह जाएंगे। कई बार भुलेखा रहिंदा है कि मैं बहुत अगे लंघ गया, पर साध संगत अपनी मत नाल चलण वाले पिछे रह गए। गुरु की मत नाल चलण वालियां नूं गुरु ने अगे चुक के ले आंदा। भाई लहणा धन गुरु अंगद देव महाराज जी ने भाई जोध जी कोलों शब्द सुनिया। भाई जोध जी कोलों, भाई जोध कोलों शब्द सुनिया। भाई लहणा गुरु अंगद देव महाराज ने धन गुरु नानक साहब महाराज के चरणों च आ गए। 1532 ईस्वी विच आए, 1539 ईस्वी तक सेवा की। 7 सालों विच भाई लहणा धन गुरु नानक का रूप हो गए ते भाई जोध ही रह गया। ਉਹਦੇ मन च इस गल का मान रहा, मेरे तो शब्द सुनिया भाई लहणे ने, मैं तो भाई लहणे नूं गुरु नानक साहब वाल भेजे। मेरे कोलों शब्द सुन के भाई लहणा गुरु नानक साहब कोल गए ने। इस गल का मान रह गया, जितों शब्द सुने साध संगत वो उत्थे ही रह गया। ते चित्ते रखियो, जिन्हें शब्द कमाया वो गुरु नानक का रूप हो गया। ये जरूरी नहीं भी असी कथा कर रहे हैं, मैनू 18 साल हो गए जी, 20 साल हो गए जी, इहदे नाल की हुंदा? सारी उम्र करी जाओ। कथा कीर्तन करन नाल की है? सारी उम्र करी जाओ। गल सुनाउण नाल नहीं, गल कमाउण नाल बनेगी। सिੱਖੀ सुनाउण पढ़न का विषय नहीं, सिੱਖੀ कमाउण का विषय। जिदन कोई बुझण लग पैंदा है, कोई ना कोई औगण छड्डे ते गुण धारण करे। भाई लहणा धन गुरु अंगद देव महाराज जदों गुरु नानक साहब के चरण शरण में आए तो साध संगत मन च ख्याल आया वे खाली हथ मत्था नहीं टेकना चाहिए, क्योंकि ये मनौत है। किसी गुरु नूं, पीर नूं, दरवेश नूं मत्था टेकीए खाली हथ नहीं, कोई ना कोई चीज़ लैके जाईदी है। भाई लहणे ने सोचा की लैके जावां गुरु नानक साहब महाराज वास्ते। 10वें पातशाह कोल भी जदों जादूगरां दा सरदार आया ना उस्ताद, ਉਹਦੇ मन च भी आया वे खाली हथ नहीं जाना चाहिए, क्योंकि बंगाल विच कनौज जिहड़ा वो जादूगरां दा गढ़ है। उत्थे जादूगरां दा उस्ताद जिहड़ा रहिंदा सी, जदों उहनूं खबर मिली ना श्री गुरु गोबिंद सिंह महाराज ने 5 सिर मंगे ने आनंदपुर साहब की धरती ते, सीस देण वालियां सीस दे दिते ने ते गुरु वड्ढण वाले ने सीस वड्ढ दिते ने, वड्ढ के जोड़ भी दिते ने। वो फिर दर्शन करन आया वे इदां दा किहड़ा गुरु है जिहड़ा सीस लै रहा, देण वालियां देते, वड्ढण वाले वड्ढ दिते, सीस जोड़ भी दिते। साडे कोल भी जादू है, पर असी लोकां दी अखां 'च भरम पा के सीस वड्ढिया विखा देईदा। असी एक सीस वड्ढ के उहनूं जोड़िया जा सकदा है, वो जादूगरी दी एक चीज़ है। पर 5 सिर वड्ढ के फिर जोड़ देने, किन्ना वड्डा करामाती गुरु होएगा। दर्शन करने चाहिए ने। जदों वो जादूगरां दा उस्ताद आया ना, ਉਹਦਾ नाम इतिहास में आया जलाल उद कादरी। जदों जलाल उल कादरी आनंदपुर साहब पहुंचा, ਉਹਦੇ मन च आया खाली हथ नहीं मत्था टेकना चाहिए। उन्हें कहा मैं लैके की जावां। आनंदपुर साहब बढ़न लगे, उन्हें बगीचे चों तरह तरह के फुल तोड़े, फुल तोड़ के गुरु गोबिंद सिंह महाराज नूं भेंट कीते। जदों उन्हें पातशाह नूं मत्था टेकिया, सिर्फ लक उत्ते उन्हें लक्की कासे हथी फुम्मण, उन्हें एक कासा बन्निया होया, नमस्कार की। ते श्री गुरु गोबिंद सिंह महाराज हस पे, कहंदे जलाल उल कादरी फुल लियाउण दी भी की लोड़ सी, फुल लियाउण दी भी की लोड़ सी। उन्हें कहा महाराज खाली हथ मत्था टेकना दरवेश की नरादरी हुंदी है, इसलिए किसी गुरु पीर नूं खाली हथ मत्था नहीं टेकना चाहिए। वो कादरी जादूगर बोलिया, ओ जलाले उल रू खाली दस्ते रुसवा, खाली हथ मत्था टेकना बेदवी है, इसलिए मैं जलाल उल कादरी ने तुहानूं खाली हथ मत्था नहीं टेकिया। होर तां कुछ है नहीं सी, फुल भेंट कर दिते।
ਤੇ 10ਵੇਂ ਪਾਤਸ਼ਾਹ ਨੇ ਜਵਾਬ ਦਿੱਤਾ, ਕਹਿੰਦੇ ਉਹ ਜਲਾਲੇ ਰੂ ਖਾਲੀ ਦਿਲ ਰੁਸਵਾ, ਐ ਜਲਾਲੇ ਉਲ ਕਾਦਰੀ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਖਾਲੀ ਹੱਥ ਮੱਥਾ ਟੇਕਿਆ ਤਾਂ ਪ੍ਰਵਾਨ ਹੈ, ਪਰ ਖਾਲੀ ਹਿਰਦੇ ਨਾਲ ਮੱਥਾ ਟੇਕਿਆ ਪ੍ਰਵਾਨ ਨਹੀਂ ਹੈ। ਇੱਥੇ ਖਾਲੀ ਹੱਥ ਮੱਥਾ ਟੇਕਿਆ ਜਾ ਸਕਦਾ ਹੈ, ਪਰ ਖਾਲੀ ਹਿਰਦਾ ਨਾ ਹੋਵੇ, ਤੇਰੇ ਹਿਰਦੇ ਵਿੱਚ ਦਿਲ ਵਿੱਚ ਗੁਰੂ ਦੀ ਭਾਵਨਾ ਹੋਵੇ, ਭਾਵਨਾ ਨਾਲ ਮੱਥਾ ਟੇਕੀਏ, ਫਿਰ ਭਾਵਨੀ ਭਗਤ ਭਾਏ, ਕੋਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਖਾਲੀ ਹੱਥ ਮੱਥਾ ਟੇਕਿਆ ਜਾ ਸਕਦਾ ਹੈ, ਖਾਲੀ ਦਿਲ ਮੱਥਾ ਟੇਕਣਾ ਬੇਅਦਬੀ ਹੈ। ਅੱਜ ਜਦੋਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ ਨਾ, ਮਨੋਤ ਸੀ ਵੇ ਖਾਲੀ ਹੱਥ ਮੱਥਾ ਨਹੀਂ ਟੇਕਣਾ। ਲੈ ਕੇ ਕੀ ਆਏ? ਦੁਨੀਆ ਨਾਲੋਂ ਵੱਖਰੀਆਂ ਵਸਤੂਆਂ। ਇੱਕ ਸਿਰ ਉੱਤੇ ਲੂਣ ਦੀ ਸਿੱਲ ਚੁੱਕੀ ਹੋਈ ਹੈ। ਲੂਣ ਦੀ ਸਿੱਲ ਸਮਝਦੇ ਹੋ? ਲੂਣ ਵਾਲਾ ਪੱਥਰ। ਆਹ ਜਿਹੜਾ ਦੇਸੀ ਲੂਣ ਪਾਕਿਸਤਾਨ ਤੋਂ ਆਉਂਦਾ ਹੈ, ਵੱਡੇ ਵੱਡੇ ਪੱਥਰ ਹੁੰਦੇ ਨੇ, ਹੈ ਉਹ ਵੈਸੇ ਪੱਥਰ ਹੀ ਹੈ, ਪਰ ਉਹ ਲੂਣਾ ਪੱਥਰ ਨਿਕਲਦਾ ਹੈ, ਉਹਨੂੰ ਪੀਸ ਕੇ ਲੋਕ ਲੂਣ ਵਰਤਦੇ ਨੇ। ਕਈਆਂ ਥਾਵਾਂ ਤੋਂ ਪੱਥਰ ਅਲੂਣਾ ਵੀ ਨਿਕਲ ਆਉਂਦਾ ਹੈ। ਲੂਣ ਵਾਲੀ ਸਿੱਲ, ਵੱਡਾ ਸਾਰਾ ਪੱਥਰ ਲੂਣ ਦਾ ਸਿਰ ਉੱਤੇ ਚੁੱਕਿਆ ਹੋਇਆ ਹੈ। ਇੱਕ ਚਟਾਈ ਦੱਬ ਦੀ ਬਣੀ ਹੋਈ ਕੋਲ ਚੁੱਕੀ ਹੈ, ਲਿਆ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਵੇਖਣ ਵਾਲੀ ਸੰਗਤ ਹੈਰਾਨ ਹੈ। ਪਾਤਸ਼ਾਹ ਕੋਈ ਦਮਾਲੇ ਦੁਸ਼ਾਲੇ ਭੇਂਟ ਕਰਦਾ ਹੈ, ਕੋਈ ਖੱਦਰ ਦਾ ਚੋਲਾ ਭੇਂਟ ਕਰਦਾ ਹੈ, ਕੋਈ ਮਾਇਆ ਭੇਂਟ ਕਰਦਾ ਹੈ, ਕੋਈ ਲੰਗਰ ਦੀਆਂ ਰਸਦਾਂ ਭੇਂਟ ਕਰਦਾ ਹੈ। ਇਹ ਬੰਦਾ ਨਵਾਂ ਆਇਆ ਜਿਹਨੇ ਚਟਾਈ ਤੇ ਲੂਣ ਦਾ ਪੱਥਰ ਭੇਂਟ ਕੀਤਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੌਰ ਨਾਲ ਵੇਖਿਆ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਮਝ ਗਏ। ਪਾਤਸ਼ਾਹ ਨੇ ਕਿਹਾ, ਭਾਈ ਲਹਿਣੇ ਨੇ ਸਹੀ ਚੀਜ਼ਾਂ ਲਿਆਂਦੀਆਂ ਨੇ, ਅੱਜ ਤੱਕ ਲਹਿਣੇ ਵਰਗੀਆਂ ਕੋਈ ਪਟਾਵਾਂ ਨਹੀਂ ਲਿਆ ਸਕਿਆ, ਪਰ ਜਿਹੜੀ ਚੀਜ਼ ਲਹਿਣੇ ਨੇ ਲਿਆ ਕੇ ਮੱਥਾ ਟੇਕੀ ਹੈ, ਉਹਦਾ ਕੋਈ ਨਾ ਕੋਈ ਰੀਜ਼ਨ ਹੈ, ਉਹਦਾ ਕੋਈ ਕਾਰਨ ਹੈ। ਲਹਿਣੇ ਨੇ ਚੀਜ਼ਾਂ ਬਿਲਕੁਲ ਦਰੁਸਤ ਲਿਆਂਦੀਆਂ ਨੇ। ਮਹਾਰਾਜ ਕਿਵੇਂ? ਪਹਿਲੀ ਚੀਜ਼ ਲੂਣ ਦੀ ਸਿੱਲ ਭੇਂਟ ਕੀਤੀ ਹੈ। ਥੋੜਾ ਜਿਹਾ ਗੌਰ ਨਾਲ ਸੁਣਿਓ। ਲੂਣ ਦਾ ਪੱਥਰ ਭੇਂਟ ਕੀਤਾ ਹੈ, ਉਹਦਾ ਭਾਵ ਇਹ ਹੈ ਲੂਣ ਭੋਜਨ ਵਿੱਚ ਸਵਾਦ ਪੈਦਾ ਕਰਦਾ ਹੈ। ਲੂਣ ਭੋਜਨ ਵਿੱਚ ਸਵਾਦ ਪੈਦਾ ਕਰਦਾ ਹੈ। ਤੁਸੀਂ ਫਰੂਟ ਕੱਟ ਕੇ ਵੀ ਖਾਓ ਤੇ ਬੰਦਾ ਕਹਿੰਦਾ ਥੋੜਾ ਜਿਹਾ ਲੂਣ ਭੁੱਕ ਦੋ, ਉੱਪਰ ਲੂਣ ਪਾ ਦਿਓ ਬਈ। ਸੈਲਡ ਕੱਟਿਆ, ਥੋੜਾ ਜਿਹਾ ਨਮਕ ਪਾ ਦਿਓ ਉੱਪਰ। ਸਬਜ਼ੀ ਭਾਜੀ ਉਦੋਂ ਸਵਾਦ ਲੱਗਦੀ ਜੇ ਨਮਕ ਪਾਇਆ ਹੋਵੇ। ਨਮਕ ਤੋਂ ਬਗੈਰ ਚੀਜ਼ ਸਵਾਦ ਨਹੀਂ ਬਣਦੀ, ਇਸ ਲਈ ਨਮਕ ਜ਼ਰੂਰ ਪਾਇਆ ਜਾਂਦਾ ਹੈ। ਨਮਕ ਸਵਾਦ ਦਾ ਪ੍ਰਤੀਕ ਹੈ, ਉਹ ਭੋਜਨ ਵਿੱਚ ਸਵਾਦ ਪੈਦਾ ਕਰਦਾ ਹੈ। ਭਾਈ ਲਹਿਣੇ ਨੇ ਨਮਕ ਦਾ ਲੂਣ ਦਾ ਪੱਥਰ ਭੇਂਟ ਕੀਤਾ। ਉਹਦਾ ਇੱਕ ਰੀਜਨ ਸੀ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਤੁਹਾਡੇ ਚਰਨਾਂ ਵਿੱਚ ਲੂਣ ਦੀ ਸਿੱਲ ਭੇਂਟ ਕਰ ਰਿਹਾ। ਇਹਦਾ ਭਾਵ ਇਹ ਹੈ, ਦਾਤਿਆ ਮੈਂ ਦੁਨੀਆ ਦੇ ਰਸ ਤੇ ਸਵਾਦ ਛੱਡਣ ਲਈ ਤਿਆਰ ਹਾਂ, ਬਸ ਤੁਸੀਂ ਮੈਨੂੰ ਸਿੱਖੀ ਦੇ ਦਿਓ, ਮੈਂ ਦੁਨੀਆ ਦੇ ਸਵਾਦ ਛੱਡਣ ਦੀ ਤਿਆਰੀ ਕਰਕੇ ਆਇਆ। ਲੈਣਾ ਪੂਰੀ ਤਿਆਰੀ ਕਰਕੇ ਆਇਆ, ਮੈਂ ਦੁਨੀਆ ਦੇ ਸਵਾਦ ਛੱਡ ਦਾਂਗਾ, ਪਰ ਦਾਤਿਆ ਮੇਰੀ ਝੋਲੀ 'ਚ ਸਿੱਖੀ ਪਾ ਦੇ। ਸਾਧ ਸੰਗਤ, ਜਿਹਨੇ ਸਿੱਖੀ ਕਮਾਉਣੀ ਹੈ ਉਹਨੂੰ ਦੁਨੀਆ ਦੇ ਸਵਾਦ ਤਿਆਗਣੇ ਪੈਂਦੇ ਨੇ। ਜਿਹਨੇ ਸਿੱਖੀ ਕਮਾਉਣੀ, ਦੁਨੀਆ ਦੇ ਸਵਾਦ ਤਿਆਗਣੇ ਪੈਂਦੇ ਨੇ। ਇਹ ਸਿੱਖੀ ਕਮਾਉਣੀ ਮਨੋਂ ਅਲੂਣੀ ਸਿੱਲ ਚੱਟਣ ਦੇ ਬਰਾਬਰ ਹੈ। ਇਹਦੇ ਵਿੱਚ ਪਹਿਲਾਂ ਪਹਿਲ ਕੋਈ ਸਵਾਦ ਨਹੀਂ, ਦੁਨੀਆ ਦੇ ਸਵਾਦ ਤਿਆਗਣੇ ਪੈਂਦੇ ਨੇ। ਤਾਈਓ ਫਿਰ ਬਾਬੇ ਸੱਤੇ ਬਲਵੰਡ ਨੇ ਬਾਣੀ ਅੰਦਰ ਬਚਨ ਕਹੇ, ਕਹਿੰਦੇ ਲਹਿਣੇ ਦੀ ਫੇਰਾਈ ਹੈ। ਕਿਉਂ ਬਾਬੇ ਲਹਿਣੇ ਦੀ ਜੈ ਜੈਕਾਰ ਹੋਈ? ਲਹਿਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜੋ ਤੂੰ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਝੁੱਲੇ ਸੋ ਛਤ ਨਿਰੰਜਣੀ, ਮਲ ਤਖਤ ਬੈਠਾ ਗੁਰ ਹੱਟੀ ਹੈ। ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ। ਅਲੂਣੀ ਸਿੱਲ ਚੱਟਣ ਦੇ ਬਰਾਬਰ ਸੀ। ਸਿੱਖੀ ਅਲੂਣੀ ਸਿੱਲ ਹੈ। ਲੂਣ ਦੀ ਸਿੱਲ ਪੱਥਰ ਭੇਂਟ ਕਰਨ ਦਾ ਭਾਵ, ਦਾਤਾ ਮੈਂ ਦੁਨੀਆ ਦੇ ਸਵਾਦ ਛੱਡਣ ਲਈ ਤਿਆਰ ਹਾਂ, ਤੁਸੀਂ ਕਿਰਪਾ ਕਰੋ ਮੈਨੂੰ ਸਿੱਖੀ ਝੋਲੀ ਵਿੱਚ ਪਾਓ।
माफ़ करियो, असी तो स्वाद ही नहीं छड्डदे, बाकी तो गल्लां बाहर दियां ना, मन दे स्वाद तो बाहर की गल है, अजे दूर की गल है। आ जीव दे स्वाद ही नहीं छड्ड हुंदे। पहलां गुरुद्वारे आंदे पुछीदा भी लंगर च की बनिया, सब्जी किहड़ी है, खीर है कि जलेबियां ने। असी तो जीव दे स्वाद नहीं छड्डदे, मन दे स्वाद तो अगली बहुत अगे दी पौड़ी। लूण दी सिल भेंट करन दा अर्थ सी मैं स्वाद छड्डण लई तैयार हां, तुसी मेरी झोली च सिੱਖੀ पाओ। मैं दुनिया दे रस मन करके त्याग दांगा, तुसी दाता मैनू सिੱਖੀ बख्शो। करें जे गुर फरमाया, जो गुरु कवे वो सिख फिर करे। सिल जोग अलूणी चट्टी है, ये लूण तो रहत अलूणी सिल चट्टण दे बराबर है। मैं बाहर कैलीफोर्निया गया, उत्थे कलांगरी है, संगत कोल सारियां कोल ओहदे नंबर, साध संगत ओनू सैटरडे संडे बहुत फोन आउण। मैं उन्होंने पूछया भी भाई संदीप सिंह तेनू बहुत फोन आउंदे, तू तो लांगरी है, किसी रागी नू फोन आउण गल समझ आउंदी है, संगत कहेगी जी शब्द सुनने, जां भाई साहब आ शब्द तुसी बहुत प्यारा पढ़दे हो, ये सुना दिओ अज। किसी हैड ग्रंथी नू फोन आवे गल समझ आउंदी, कोई अर्थ पुछने ने, कोई बाणी बारे पुछने, मैनेजर नू फोन आउण, गुरुद्वारे दे प्रधान नू फोन आउण, कोई गुरुद्वारे बारे जानकारी लैनी है। संदीप सिंह तू लांगरी है, सब नालों वध तैनू फोन आउंदे ने भाई क्यों? उहदा जवाब पता की सी? कहना भाई साहब जी शनि ऐतवार ही आउंदे मैनू फोन। मैं कहा क्यों? कहंदा सारियां ने मेरे नंबर लाए हुए आ, घरों तुरन लग्या फोन करदे आ, अज लंगर च की बनना, जे तां कड़ी चौल बनने फिर तां इधर आ जाना, नहीं दूजे गुरुद्वारे। जे तां सरों दा साग मक्की दी रोटी है तो कहंदा इधर स्टॉकटन वालों आ जाना, नहीं तो परे सनोजे वालों चले जाना। बस इन्ना को फर्क है। यदा मतलब लोग जीव दे स्वाद अजे छड्डण लई तैयार नहीं। आपां कदों वो मंजिल वल वधांगे? भाई लहणा जी ने अलूणी सिल भेंट की है, वो लूण वाली सिल इसलिए भेंट की, दातिया मैं दुनिया दे रस छड्डण लई तैयार होके आया, तुसी मेरी झोली च सिੱਖੀ पाओ। बाहरी तौर पर भी साध संगत अलूणी सिल है। वो पता किवें? पहले नितनेम करन बैठो, गोडे दर्द करनगे, कमर आकड़ जाएगी, बहना औखा है, कोई स्वाद नहीं है, अवासियां आउणगियां, नींद आएगी, तुसी पाठ करन बह जाओ, लै जपजी साहब पूरा नहीं हुंदा, नींद आ जाती है। अलूणी सिल है, कोई स्वाद नहीं है इहदे च। पर जदों स्वाद आउण लग पैंदा फिर चेते रखियो दुनिया दे बाकी स्वाद फिक्के पै जांदे ने। जदों शब्द जपण विच रस आउण लग पैंदा ना, फिर बाकी रस फिक्के पै जांदे ने। जिन्हां नूं रब दे नाम ते बाणी चों रस आया, उन्हां ने कहा दाता दुध मिठा हो सकता है, शक्कर मिठी हो सकती है, मिश्री मिठी हो सकती है, शहद मिठा हो सकता है, पर दातिया तेरा नाम शहद नालों भी मिठा है जदों रस आउण लग जाए। जिन्होंने रस आया फिर उन्होंने कहा फरीदा शक्कर खंड निवात गुड़, मखियों मंजा दुध, सभे वस्तु मिठिया, रब ना पुजन तुद। दूजी चीज भेंट की चटाई। हुण जिहड़ी चटाई सी वो दब दी बनी हुई है। दब दी बनी हुई चटाई भेंट करन दा भाव सी दातिया मैं दब की तरह तेरे चरणों च बिछण वास्ते तैयार है। दब नूं पहलां लताड़िया जांदा है, उहदे उत्ते उहनूं कुटिया जांदा मूंगली नाल, उत्तों गड्डियां लगाईयां जांदियां ने। जदों दब नरम पै जांदी है फिर उहदा मूड़ा बनदा है, फिर उहदी चटाई बनदी है, फिर उहदियां बेड़ां बट्टियां जांदियां ने। मैं एक दिन बेनती कही, ये सिख कौम नूं इदां दा म्यूजियम छेती बनाउणा पैना है। जिहड़ियां चीज़ां अलोप हो रही ने वो तुहानूं अपने म्यूजियम च रखणियां पैणगियां, तां जो आउण वालियां पीढ़ियां नूं दस सकों वे दब की हुंदी है। दब दी बनी हुई चटाई भेंट करन दा भाव सी मैं दब दी तरह लताड़े जाण लई तैयार है, तुसी मेरे ते तरस करो, मैनूं सिੱਖੀ बख्शो। मैं मोरियों हुंगारा नहीं भरांगा दब दी तरह। जिन्हों बाबा फरीद साहब ने कहा फरीदा थियों पवाही दब, जे साईं लोड़े सब, एक छिजे व्या लताड़ी है,
ਤਾਂ ਸਾਈਂ ਦੇ ਦਰਬਾਰੀ ਹੈ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ 7 ਸਾਲ ਦੱਬ ਦੀ ਤਰ੍ਹਾਂ ਲਤਾੜਿਆ ਭਾਈ ਲਹਿਣੇ ਨੂੰ। ਚਾਦਰਾਂ ਧੋਤੀਆਂ ਹੋਈਆਂ ਤਾਂ ਵੀ ਕਿਹਾ ਜਾ ਧੋ ਕੇ ਲਿਆ। ਮੋਰਿਓਂ ਏਦਾਂ ਨਹੀਂ ਕਿਹਾ ਮਹਾਰਾਜ ਕੱਲ ਧੋਤੀਆਂ ਨੇ। ਜੇ ਗੁਰੂ ਨੇ ਕਿਹਾ ਨਾ ਧੋਣ ਵਾਲੀਆਂ, ਚੁੱਕ ਕੇ ਧੋਣ ਚਲੇ ਗਏ। ਜੇ ਪਾਤਸ਼ਾਹ ਨੇ ਕਿਹਾ ਮਰੀ ਹੋਈ ਚੂਹੀ ਬਾਹਰ ਕੱਢੋ, ਹੱਥ ਜੋੜ ਕੇ ਕੱਢੀ। ਜੇ ਗੁਰੂ ਪਾਤਸ਼ਾਹ ਨੇ ਕਿਹਾ ਵੇਖਾਂ ਲੈਣਿਆ ਰਾਤ ਕਿੰਨੀ ਕੁ ਰਹਿ ਗਈ, ਇਹ ਨਹੀਂ ਕਿਹਾ ਮਹਾਰਾਜ ਪਹਿਲਾਂ ਹੁਣੇ ਤਾਂ ਸਿੱਖਾਂ ਨੇ ਦੱਸਿਆ, ਮੇਰੇ ਤੋਂ ਕੀ ਪੁੱਛਦੇ ਹੋ। ਨਹੀਂ, ਹੁਕਮ ਮੰਨ ਕੇ ਫਿਰ ਦੱਸਿਆ ਔਰ ਸਿੱਖੀ ਬੁੱਝ ਕੇ ਕਿਹਾ ਦਾਤਾ ਜਿੰਨੀ ਕੁ ਰਾਤ ਲੰਘਣੀ ਸੀ ਤੇਰੇ ਹੁਕਮ 'ਚ ਲੰਘ ਗਈ, ਜਿੰਨੀ ਬਾਕੀ ਉਹ ਵੀ ਤੇਰੇ ਹੁਕਮ 'ਚ ਬੁੱਝ ਗਏ। ਰਾਤ ਬਾਹਰ ਵਾਲੀ ਨਹੀਂ, ਰਾਤ ਅੰਦਰ ਅਗਿਆਨਤਾ ਦੀ ਰਾਤ ਹੈ। ਜਦੋਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੱਕੜ ਵਿੱਚੋਂ ਕਟੋਰਾ ਕੱਢੋ, ਇਹ ਨਹੀਂ ਵੇਖਿਆ ਮੇਰੇ ਕੱਪੜੇ ਨਵੇਂ ਨੇ। ਦੱਬ ਦੀ ਤਰ੍ਹਾਂ ਜਦੋਂ ਲਤਾੜੇ ਗਏ, ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬੇ ਲਹਿਣੇ ਨੂੰ ਇੰਨਾ ਉੱਚਾ ਕਰ ਦਿੱਤਾ, ਝੁੱਲੇ ਸੋ ਛੱਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀਐ। ਫਿਰ ਇੰਨਾ ਸਿਰ ਉੱਚਾ ਕਰ ਦਿੱਤਾ, ਅਸਮਾਨ ਜਿੰਨਾ ਉੱਚਾ। ਲਹਿਣੇ ਧਰਿਓ ਨੀ ਛਤਰ ਸਿਰ, ਅਸਮਾਨ ਕਿਆੜਾ ਛਕਿਓ ਨ, ਅਸਮਾਨ ਜਿੰਨਾ ਸਿਰ ਉੱਚਾ ਕਰ ਦਿੱਤਾ। 7 ਸਾਲ ਬਾਬੇ ਲਹਿਣੇ ਨੇ ਅੱਖਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਉੱਚੀਆਂ ਨਹੀਂ ਕੀਤੀਆਂ ਕਦੇ। ਔਰ 7 ਸਾਲਾਂ ਬਾਅਦ ਐਸਾ ਅੰਮ੍ਰਿਤ ਭਰ ਦਿੱਤਾ ਉਹਨਾਂ ਅੱਖਾਂ ਵਿੱਚ। ਜਿੱਦਣ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਜਗ੍ਹਾ ਤੇ ਬਿਠਾਇਆ, ਉਦਣ ਕਿਹਾ ਲੈਣਿਆ ਹੁਣ ਤੂੰ ਗੁਰੂ ਅੰਗਦ ਹੋ ਗਿਆ, ਜਿਹਦੇ ਉੱਤੇ ਤੇਰੀ ਅੰਮ੍ਰਿਤ ਦ੍ਰਿਸ਼ਟੀ ਪਏਗੀ, ਜਨਮਾਂ ਜਨਮਾਂ ਦੇ ਪਾਪ ਸੜ ਜਾਇਆ ਕਰਨਗੇ। ਸੱਚਮੁੱਚ ਇਤਿਹਾਸ ਕਹਿੰਦਾ ਜਦੋਂ ਪਾਤਸ਼ਾਹ ਸਵੇਰੇ ਘਰ ਦਾ ਦਰਵਾਜ਼ਾ ਖੋਲ ਕੇ ਆਉਂਦੇ ਸਨ ਦਰਬਾਰ 'ਚ, ਵੱਡੇ ਵੱਡੇ ਕਰਮਹੀਣ ਬੰਦੇ ਮੋਹਰੇ ਹੱਥ ਜੋੜ ਖੜੇ ਹੁੰਦੇ ਸਨ। ਜਿਹਦੇ ਉੱਤੇ ਗੁਰੂ ਅੰਗਦ ਦੇ ਮਹਾਰਾਜ ਦੀ ਨਜ਼ਰ ਪੈ ਗਈ, ਉਹਦੇ ਜਨਮਾਂ ਜਨਮਾਂ ਦੇ ਕਰਮ ਸੜ ਜਾਂਦੇ ਸੀ, ਜਨਮਾਂ ਜਨਮਾਂ ਦੇ ਪਾਪ ਉਤਰ ਜਾਂਦੇ ਸੀ। ਤਾਈਓ ਭੱਟ ਸਾਹਿਬਾਨਾਂ ਕਿਹਾ ਅਮਿਓ ਦ੍ਰਿਸ਼ਟ ਸ਼ੁਭ ਕਰੇ, ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੇ ਸਭੇ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੇ, ਗੁਰ ਨਬਰੇ ਦਰਿਆਓ ਜਨਮ ਹਮ ਕਾਲ ਕਤੋਵੇ, ਸੋ ਕੋ ਟਲ ਗੁਰ ਸੇਵੀਐ ਐਨੇ ਸਹਿ ਸੁਭਾਏ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ। ਪਰ ਸਾਧ ਸੰਗਤ ਗੁਰੂ ਦੇ ਕੋਲ ਦੱਬ ਦੀ ਤਰ੍ਹਾਂ ਮਾਣ ਛੱਡ ਕੇ, ਹੰਕਾਰ ਛੱਡ ਕੇ ਆਉਣਾ ਪੈਂਦਾ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, 3 ਬੰਦੇ ਗੁਰੂ ਦੇ ਕੋਲੋਂ, ਸੰਤ ਦੇ ਕੋਲੋਂ ਲਾਹਾ ਨਹੀਂ ਲੈ ਸਕਦੇ। ਪਹਿਲੇ ਨੰਬਰ ਤੇ ਉਹਦਾ ਆਪਣਾ ਪਰਿਵਾਰ, ਕੋਈ ਵਿਰਲਾ ਕਰੋੜਾਂ ਚੋਂ ਇੱਕ ਹੁੰਦਾ ਹੈ ਜਿਹੜਾ ਕਿਸੇ ਸੰਤ ਦਾ, ਗੁਰੂ ਦਾ ਪਰਿਵਾਰ, ਕਿਸੇ ਗਿਆਨਵਾਨ ਸੋਝੀਵਾਨ ਬੰਦੇ ਦਾ ਪਰਿਵਾਰ ਉਤੋਂ ਲਾਹਾ ਲੈ ਜਾਏ। ਨਹੀਂ ਤਾਂ ਵੱਡੇ ਵੱਡੇ ਗਿਆਨੀ, ਵੱਡੇ ਵੱਡੇ ਸਾਧੂ ਸੰਤਾਂ ਦੇ ਪਰਿਵਾਰ ਜਿਹੜੇ ਨੇ ਉਹ ਲਾਹਾ ਨਹੀਂ ਲੈ ਸਕੇ। ਕਿਉਂ? ਇੱਕੋ ਹੀ ਗੱਲ ਰਹੀ, ਸਾਡਾ ਹੀ ਹੈ, ਸਾਡਾ ਚਾਚਾ ਲੱਗਦਾ, ਸਾਡਾ ਤਾਇਆ ਲੱਗਦਾ, ਸਾਡਾ ਹੀ ਪਿਓ ਹੈ, ਲਾਹਾ ਨਹੀਂ ਲੈ ਸਕੇ। ਸਾਡਾ ਭਰਾ ਲੱਗਦਾ, ਲਾਹਾ ਨਹੀਂ ਲੈ ਸਕੇ। 2 ਨੰਬਰ ਉੱਤੇ ਰਿਸ਼ਤੇਦਾਰ, ਉਹਨਾਂ ਨੂੰ ਲੱਗਦਾ ਸਾਡਾ ਹੀ ਮਾਸੀ ਦਾ ਲੜਕਾ ਹੈ, ਸਾਡਾ ਹੀ ਮਾਮਾ ਲੱਗਦਾ ਹੈ, ਸਾਡਾ ਹੀ ਰਿਸ਼ਤੇਦਾਰ ਹੈ, ਉਹ ਕੋਲ ਰਹਿ ਕੇ ਵੀ ਲਾਹਾ ਨਹੀਂ ਲੈ ਸਕੇ। 3 ਨੰਬਰ ਤੇ ਕੋਈ ਬਹਿਰ ਕਰਨ ਵਾਲਾ ਬੰਦਾ, ਉਹਨੂੰ ਕਦੇ ਗੁਣ ਨਜ਼ਰ ਨਹੀਂ ਆਉਂਦਾ। ਈਰਖਾ ਤੇ ਬਹਿਰ ਕਰਨ ਵਾਲਾ ਕਿਸੇ ਸੰਤ ਕੋਲੋਂ, ਗੁਰੂ ਕੋਲੋਂ ਲਾਹਾ ਨਹੀਂ ਲੈ ਸਕੇਗਾ। ਜਿੱਦਣ ਮਨ 'ਚ ਈਰਖਾ ਤੇ ਵਾਹ ਵੱਧਦੀ ਰਹੀ, ਉਦਣ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਤੋਂ ਲਾਹਾ ਨਹੀਂ ਲੈ ਸਕੇ। ਮੇਰਾ ਹੀ ਪਿਓ ਹੈ। ਗੁਰੂ ਅਰਜਨ ਦੇਵ ਮਹਾਰਾਜ ਤੋਂ ਲਾਹਾ ਨਹੀਂ ਲੈ ਸਕੇ, ਮੇਰਾ ਭਰਾ ਹੈ। ਬਾਬੇ ਪ੍ਰਿਥੀ ਚੰਦ ਤੇ ਕੋਈ ਅਸਰ ਨਹੀਂ ਹੋਇਆ। ਈਰਖਾ ਕਰਨ ਵਾਲੇ ਲਾਹਾ ਨਹੀਂ ਲੈ ਸਕੇ। ਹਾਂ, ਕਰੋੜਾਂ ਚੋਂ ਕੋਈ ਇੱਕ ਹੁੰਦਾ ਸਾਧ ਸੰਗਤ ਜਿਹਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਰਿਸ਼ਤੇ ਵਿੱਚ ਸਾਡੂ ਲੱਗਦਾ ਹੈ। ਬਾਬਾ ਸਾਈਂ ਦਾਸ ਸਾਹਿਬ ਰਿਸ਼ਤੇ ਵਿੱਚ ਸਾਡੂ ਲੱਗਦੇ ਨੇ। ਸਾਡੂ ਦਾ ਰਿਸ਼ਤਾ ਬਰਾਬਰ ਦਾ ਹੁੰਦਾ ਹੈ। ਤੁਸੀਂ ਵੀ ਪਰਿਵਾਰਾਂ ਵਾਲੇ ਹੋ, ਇੱਕ ਦੂਜੇ ਨਾਲ ਤੁਹਾਡਾ ਵੀ ਕਿਸੇ ਦਾ ਸਾਡੂ ਦਾ ਰਿਸ਼ਤਾ ਹੋਣਾ। ਸਾਡੂ ਦਾ ਰਿਸ਼ਤਾ ਬਰਾਬਰ ਦਾ ਰਿਸ਼ਤਾ ਹੁੰਦਾ ਹੈ। ਉਹਦੇ ਘਰ ਵਾਲੀ, ਉਹਦੇ ਘਰ ਵਾਲੀ ਦੋਵੇਂ ਸਕੀਆਂ ਭੈਣਾਂ ਨੇ। ਇਸ ਗੱਲ ਦਾ ਮਾਣ ਬਰਾਬਰ 'ਚ ਰਹਿੰਦਾ ਸੀ, ਕਿਸੇ ਨਾਲੋਂ ਘੱਟ ਹੈ। ਕਈ ਵਾਰ ਸਾਡੂ ਆਪਣੇ ਘਰ ਵਾਲੀ ਨੂੰ ਕਹਿੰਦਾ ਆਪਾਂ ਉਹਦੇ ਜਾਣਾ ਨਹੀਂ ਹੈ, ਭੈਣਾਂ ਭੈਣਾਂ ਬੋਲਣਾ ਹਟ ਜਾਂਦੀਆਂ ਨੇ। ਪਰ ਕੈਸਾ ਜੀਵਨ ਹੋਏਗਾ ਬਾਬਾ ਸਾਈਂ ਦਾਸ ਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਦੇ ਸਾਡੂ ਨਹੀਂ ਸਮਝਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਿਲਣ,
बाबा साईं दास गोडने टेक के मत्था टेकते सन। जदों गुरु हरगोबिंद साहब महाराज के दर्शन होने, कदे नहीं कहना मेरा छोटा संडू है, नहीं, गुरु हरगोबिंद साहब महाराज रब ने झुक के गुरु हरगोबिंद साहब महाराज के चरणों 'च मत्था टेकना, एक सिख की तरह याद करना, पातशाह घर में चरण पाओ। तो साध संगत एक दिन फिर श्री गुरु हरगोबिंद साहब महाराज बाबे साईं दास के घर गए। पातशाह ने अपना परिवार बाबे साईं दास के घर छड्डिया। माता गंगा जी बाबे साईं दास के घर रहे, माता दामोदरी बाबा साईं दास के घर रही। श्री गुरु हरगोबिंद साहब महाराज परिवार को छड्ड के नानक मते चले गए। और धन गुरु हरगोबिंद साहब महाराज ने कहा, साईं दास साडी उड़ीक करी, इस पलंग उत्ते आके असीं फिर विराजमान होवांगे। जिन्ने महीने जिन्ने साल छेवें पातशाह वापस ना मुड़े, बाबा साईं दास रोज पलंग नूं मत्था टेकदे रहे। क्यों? इत्थे मेरे गुरु ने बहना है। साडू जान के नहीं, गुरु नूं जान। जदों गुरु जान के सेवा की, उसे घर में फिर धन बाबा गुरदित्ता साहब का जन्म होया। बाबे साईं दास दे औलाद नहीं सी। पातशाह ने एक बचन कहा, साईं दास मंग लो कुछ चाहिए। उन्हें कहा, महाराज जिन्होंने तुहाडे वर्गा गुरु मिल जाए उन्होंने होर किसी चीज़ की लोड़ नहीं। पातशाह ने कृपा की, बाबे गुरदित्ता जी का जन्म बाबे साईं दास के घर होया। और छेवें पातशाह ने उत्थे खलो के फिर बचन कहे, साईं दास जा सदियां तक तेरे घर नूं दुनिया मत्था टेकेगी, सदियां तक तेरे घर नूं दुनिया नमस्कार करेगी, सदियां तक लोग तेरे सिदक नूं पूजणगे, सदियां तक लोग तेरी सिक्खी नूं याद रखणगे। साध संगत अज भी डरोली पाई जाओ, उस तरह का वो सारा कुछ बनया होया, कमरा भी उस तरह का, घर भी उस तरह का, और लखां दुनिया उस घर नूं मत्था टेकदी है। पता क्यों? उत्थे छेवें पातशाह के चरण पे और धन बाबा साईं दास ने गुरु की सिक्खी कमाई है। सतगुरु कृपा बख्शिश करन, गुरु हरगोबिंद साहब महाराज रंग लंघ के तो उसे रस्ते तो आए होणगे, पर एक गल याद रखियो, जिथे किसी भावना वाले ने पूजे उत्थे सदियां तक गुरु की पूजा हुई है। जिथों गुरु लंघ किसी अंदर भावना नहीं बनी तो गुरु तो होर पिंडां चों भी महाराज लंघ के आए ने। इसलिए साध संगत जरूरत यह है, हथ विशक खाली होण, हिरदा प्रेम तो खाली ना होवे। गुरु की सिक्खी कमाउण लई अंदर पूरा दृढ़ इरादा होना चाहिए। आपां दुनिया के रस स्वाद छड्डण लई तैयारी होवे, दब की तरह विछण की अंदर गल होवे, और सिक्खी कमाउंदिआं गुरु की मत लैके मान ना होवे। अरदास करिए दाता ना हो जति सती नहीं पढ़िया, मूर्ख मुगदा जन्म भया, प्रणवत नानक तिन की शरणा जिन तू नाही विसरिया। जे छेवें पातशाह ग्वालियर के किले ढाडिया सिंघां कोलों हुण तुसीं इतिहास सुनना, उन्हां कैदियां नूं आज़ाद करा सकते हैं, राजियां नूं। नाल इन्नी गल कही सी, सज्जणों ये तां इट्टां दी कैद है, इत्थों तो एक दिन मर के भी तुसीं निकल ही जाना सी, इत्थों तो एक दिन मरण तो बाद भी यह कैद छुट जानी सी। पर मैं तुहानूं कल्ला ग्वालियर के किले इट्टां कंधां चों आज़ाद नहीं कराया। जाओ आपो अपने घर जाके प्रजा विच न्याय करियो, रब दा नाम जपियो, तुसीं जन्म मरण की कैद तो भी मुक्त हो जाओगे। गुरु मुक्ति का दाता है, जाओ जन्म मरण की कैद चों भी मुक्त हो जाओगे। जिन्हां राजियां ने गुरु हरगोबिंद साहब का हुक्म मन्ने, वो राजे सचमुच जन्म मरण तो मुक्त होए। एक राजे के घर के तो तुसीं दर्शन करते हो, जिहड़ा किला बनया ना आनंदपुर साहब, वो राजे के नाम उत्ते है, तारागढ़ किला, जिहड़ा उस राजा तारा चंद के नाम से बने। आओ आपां छेवें पातशाह नूं कहिए, दाता तुसीं बंदी छोड़ दाते हो, साडे ते भी तरस करियो। रहिंदी उमर रहिंदे स्वास रहिंदा जीवन, असीं पातशाह तुहाडे चरनां नाल जुड़ के सफल कर सकीए, जन्म मरण तो मुक्त हो सकीए। एक बार सारी संगत प्यार विच कहो, सतगुर बंदी छोड़ है, सतगुर बंदी छोड़ है, सतगुर छोड़ है, सतगुर जीवन मुक्त करे ओडीना। सतगुर बंदी छोड़ है,
ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈਓ ਸਤਿਗੁਰ ਬੰਦੀ। ਗੱਜ ਕੇ ਸਤਿਗੁਰ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਜੀ, ਧੰਨ ਸ੍ਰੀ ਗੁਰੂ। ਜੀਵਨ ਮੁਕਤ ਕਰੈ ਓਡੀਣਾ ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਡੀਣਾ ਸਤਿਗੁਰ। ਸਤਿਗੁਰ ਬੰਦੀ ਛੋੜ ਹੈ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ।